ਭੂਰਿਆਂ ਵਾਲੇ ਰਾਜੇ ਕੀਤੇ। ਭਾਗ 31। ਮੁਗਲ ਸਰਕਾਰ ਵੱਲੋਂ ਪੰਥ ਨਾਲ ਸੁਲ੍ਹਾ ਕਰਨੀ ਅਤੇ ਪੰਜਾਬ ਵਿੱਚ ਅਮਨ ਅਮਾਨ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਨ ਬਹਾਦਰ ਸਿੰਘਾਂ ਵਿਰੁੱਧ ਸਾਰਾ ਤਾਣ ਲਾ ਹਟਿਆ ਅਤੇ ਸਿੰਘ ਘਟਣ ਦੀ ਥਾਂ ਵੱਧਦੇ ਗਏ ਤਾਂ ਤਲਵਾਰ ਦਾ ਰਾਹ ਛੱਡ ਕੇ ਸੁਲ੍ਹਾ ਦੀ ਸੋਚੀ। ਉਸ ਨੂੰ ਯਕੀਨ ਹੋ ਗਿਆ ਸੀ ਕਿ ਮੁਲਕ ਤਾਂ ਹੀ ਵਸੇਗਾ ਜੇ ਸਿੰਘ ਵਸਣ ਦੇਣਗੇ। ਫੌਜ ਦੇ ਆਸਰੇ ਸਦਾ ਅਮਨ ਅਮਾਨ ਬਣਿਆ ਨਹੀਂ ਰਹਿਣਾ। ਸੋਚ ਵਿਚਾਰ ਕੇ ਸਿੰਘਾਂ ਨੂੰ ਗੁਜ਼ਾਰੇ ਲਈ ਜ਼ਗੀਰ ਆਦਿ ਦੇ ਕੇ ਸੁਲ੍ਹਾ ਸਫਾਈ ਕਰ ਲੈਣ ਦੀ ਅਰਜ਼ੀ ਲਿਖ ਕੇ ਆਪਣੇ ਵਕੀਲ ਰਾਹੀਂ ਬਾਦਸ਼ਾਹ ਪਾਸ ਦਿੱਲੀ ਭੇਜੀ। ਬੜੇ ਜ਼ੋਰਦਾਰ ਸ਼ਬਦਾਂ ਵਿੱਚ ਲਿਖਿਆ ਕਿ 6 ਸਾਲ ਤੱਕ ਮੈਂ ਇਹਨਾਂ ਸਿੱਖਾਂ ਦੇ ਆਹੂ ਲਾ ਛੱਡੇ ਹਨ। ਬੱਚੇ ਜਵਾਨ ਬੁੱਢੇ ਜੋ ਹੱਥ ਆਇਆ ਮੌਤ ਦੇ ਘਾਟ ਉਤਾਰ ਦਿੱਤਾ। ਫਸਲਾਂ ਤੇ ਘਰ-ਬਾਰ ਸਾੜ ਫੂਕ ਦਿੱਤੇ, ਸਿਰਾਂ ਦੇ ਇਨਾਮ ਦਿੱਤੇ। ਕਿਧਰੇ ਕੋਈ ਸਿੱਖ ਨਜ਼ਰ ਨਹੀਂ ਸੀ ਆਉਂਦਾ। ਪਤਾ ਨਹੀਂ ਰਾਤ ਨੂੰ ਕਿਸ ਅਸਮਾਨ ਤੋਂ ਉੱਤਰ ਆਉਂਦੇ ਹਨ ਕਿ 4 ਚਫੇਰੇ ਹਾਹਾਕਾਰ ਮਚ ਜਾਂਦੀ ਹੈ। ਫੌਜ ਮਗਰ ਪਵੇ ਤਾਂ ਅੱਗੋਂ ਕੋਈ ਨਜ਼ਰ ਨਹੀਂ ਆਉਂਦਾ। ਲੱਗਦਾ ਹੈ ਕਿ ਅੱਲਾਹ ਪਾਕ ਆਪ ਇਹਨਾਂ ਦੀ ਮਦਦ ਤੇ ਹੈ। ਅੱਲਾਹ ਪਾਕ ਵਿਰੁੱਧ ਸਾਡੀ ਫੌਜ ਕਿਵੇਂ ਪੁੱਗ ਸਕਦੀ ਹੈ? ਖਜ਼ਾਨੇ ਖਾਲੀ ਹੋ ਗਏ ਹਨ। ਫੌਜ ਇਹਨਾਂ ਮਗਰ ਪੈ ਕੇ ਲੜ ਮਰ ਕੇ ਹਫ ਗਈ ਹੈ। ਉਲਟਾ ਸਾਡਾ ਨੁਕਸਾਨ ਹੁੰਦਾ ਜਾ ਰਿਹਾ ਹੈ। ਇਹਨਾਂ ਦਾ ਕੁਝ ਨਹੀਂ ਵਿਗੜਿਆ, ਸਗੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਕੁਝ ਨਾ ਰਿਹਾ ਤਾਂ ਫਿਰ ਇਹ ਦਿੱਲੀ ਵੱਲ ਹੀ ਵਾਗਾਂ ਮੋੜਨਗੇ। ਬਾਦਸ਼ਾਹ ਸਲਾਮਤ ਸਮਾਂ ਨਾ ਗਵਾਉਣ, ਪਹਿਲਾਂ ਹੀ ਪੇਸ਼ਬੰਦੀ ਕਰ ਲੈਣ। ਫੌਜਾਂ ਨਾਲ ਨਹੀਂ, ਸਗੋਂ ਸੁਲ੍ਹਾ ਕਰਕੇ। ਮੇਰੀ ਨਜ਼ਰ ਵਿੱਚ ਹੋਰ ਕੋਈ ਚਾਰਾ ਨਹੀਂ। ਇਸ ਵਿੱਚ ਦੇਰ ਨਾ ਲਾਈ ਜਾਵੇ, ਸਗੋਂ ਜਿੰਨੀ ਜਲਦੀ ਹੋ ਸਕੇ ਕੀਤਾ ਜਾਵੇ। ਇਸੇ ਵਿੱਚ ਭਲਾ ਹੈ। ਮੇਰੀ ਸਲਾਹ ਹੈ ਕਿ ਇਹਨਾਂ ਨੂੰ ਪਹਿਲਾਂ ਵਾਂਗ ਜਾਗੀਰ, ਜਿਸ ਨਾਲ ਇਹਨਾਂ ਦਾ ਖਰਚ ਚੱਲ ਸਕੇ, ਦੇ ਕੇ ਟਕਾ ਲਿਆ ਜਾਵੇ। ਮੁਲਕ ਵਸਦਾ ਰਹੇਗਾ। ਜੇ ਜਾਗੀਰ ਆਦਿ ਤੋਂ ਇਹਨਾਂ ਵਿੱਚ ਆਪਸੀ ਫੁੱਟ ਪੈ ਗਈ ਤਾਂ ਫੜ ਕੇ ਅਸੀਂ ਮਾਰ ਲਵਾਂਗੇ। ਆਪਸ ਵਿੱਚ ਪਾਟੋ ਲੀਰ ਹੋਇਆਂ ਨੂੰ ਮਾਰਨਾ ਬਹੁਤਾ ਔਖਾ ਨਹੀਂ। ਜੇ ਇਹਨਾਂ ਵਿੱਚ ਇਕੱਠ ਕਾਇਮ ਰਹੇ ਤਾਂ ਫਿਰ ਕੋਈ ਦੁਨੀਆ ਦੀ ਤਾਕਤ ਇਹਨਾਂ ਨੂੰ ਖਤਮ ਨਹੀਂ ਕਰ ਸਕਦੀ। ਮੇਰਾ ਤੇ ਅੱਬਾ ਹਜ਼ੂਰ ਅਬਦੁਸ ਸਮਾਦ ਖਾਨ, ਲਾਹੌਰ ਦਾ ਪਹਿਲਾ ਗਵਰਨਰ ਦਾ ਇਹੋ ਤਜਰਬਾ ਹੈ। ਬਾਦਸ਼ਾਹ ਸਲਾਮਤ, ਇਹ ਜੰਗਲ ਦੀ ਅੱਗ ਹੈ। ਛੇਤੀ ਨਾਲ ਇਸ ਨੂੰ ਪੰਜਾਬ ਵਿੱਚ ਹੀ ਰੋਕ ਕੇ ਠੰਡਾ ਕਰ ਲਓ, ਨਹੀਂ ਤਾਂ ਆਪਾਂ ਸਭ ਇਸ ਵਿੱਚ ਭੁੱਜ ਮਰਾਂਗੇ। ਮੁਹੰਮਦ ਸ਼ਾਹ ਰੰਗੀਲਾ ਬੜੀ ਕਮਜ਼ੋਰ ਬਿਰਤੀ ਦਾ ਆਦਮੀ ਸੀ। 7 ਸਾਲ ਨਜ਼ਰਬੰਦ ਰਿਹਾ ਤੇ ਉਹ ਉੱਚੀ ਵਿਦਿਆ ਪ੍ਰਾਪਤ ਨਾ ਕਰ ਸਕਿਆ ਜਿਸ ਦੀ ਤਖਤ ਤਾਜ ਦੇ ਮਾਲਕ ਨੂੰ ਅਤੀ ਲੋੜ ਹੁੰਦੀ ਹੈ। ਇਹ ਜਨਾਨਖਾਨੇ ਵਿੱਚ ਹੀ ਪਲਿਆ ਤੇ ਜਨਾਨੀਆਂ ਵਾਲੇ ਡਰਾਕਲ ਸੁਭਾਅ ਦਾ ਹੀ ਸੀ। ਪੱਕਾ ਅਫੀਮੀ ਤੇ ਹਰ ਵੇਲੇ ਮਹਿਲਾਂ ਵਿੱਚ ਹੀ ਵੜਿਆ ਰਹਿੰਦਾ ਸੀ। ਡੂਮਾਂ ਭੰਡਾਂ ਤੇ ਮਸਕਰਿਆਂ ਵਿੱਚ ਹੀ ਖੁਸ਼ ਰਹਿੰਦਾ। ਇਹ ਲੋਕ ਹੀ ਇਸ ਦੁਆਲੇ ਝੁਰਮਟ ਪਾਈ ਰੱਖਦੇ। ਵੱਡੇ ਵੱਡੇ ਸ਼ਾਹੀ ਅਹੁਦਿਆਂ ਤੇ ਇਹ ਡੂਮ ਭੰਡ ਤੇ ਸ਼ੋਧੀ ਕਿਸਮ ਦੇ ਲੋਕ ਲਾ ਦਿੱਤੇ। ਸਿਆਣੇ ਤਜਰਬੇਕਾਰ ਤੇ ਹਕੂਮਤ ਦੇ ਸੱਚੇ ਖੈਰ ਖਾ ਪਾਸੇ ਹੋ ਕੇ ਘਰੀ ਬੈਠ ਗਏ। ਸ਼ਾਹੀ ਦਰਬਾਰ ਹਾਸੇ ਠੱਠੇ ਤੇ ਹਿਜੜਿਆਂ ਦੀ ਧਮਾ ਚੌਂਕੜੀ ਦਾ ਅਖਾੜਾ ਬਣ ਕੇ ਰਹਿ ਗਿਆ। ਭਲਾ ਅਮਲੀ ਜਾਂ ਨਸ਼ਈ ਵੀ ਕਿਸੇ ਕੰਮ ਵਿੱਚ ਪੁੱਗ ਸਕਦੇ ਹਨ। ਫਿਰ ਬਾਦਸ਼ਾਹੀ ਚਲਾਉਣੀ ਤਾਂ ਬਹੁਤ ਹੀ ਔਖੀ ਘਾਟੀ ਹੈ। ਬਾਦਸ਼ਾਹ ਨੂੰ ਆਪਣੇ ਨਸ਼ੇ ਤੇ ਰੰਗ ਤਮਾਸ਼ੇ ਨਾਲ ਹੀ ਗਰਜ ਸੀ। ਮੁਲਕ ਭੱਠ ਪਵੇ। ਸੱਚੀ ਗੱਲ ਤਾਂ ਇਹ ਹੈ ਕਿ ਇਹ ਆਦਮੀ ਬਾਦਸ਼ਾਹਤ ਦੇ ਲਾਇਕ ਹੀ ਨਹੀਂ ਸੀ। ਅਰਜ਼ੀ ਵਿੱਚ ਜ਼ਕਰੀਆ ਖਾਨ ਨੇ ਇੱਕ ਹੋਰ ਫਾਨਾ ਵੀ ਲਾਇਆ ਸੀ। ਉਸ ਨੇ ਕਿਹਾ ਕਿ ਨਾਦਰ ਸ਼ਾਹ ਈਰਾਨ ਉੱਤੇ ਕਬਜ਼ਾ ਕਰ ਚੁੱਕਾ ਹੈ। ਅਜੇ ਤਾਂ ਉਹ ਆਪਣੇ ਘਰੋਗੀ ਝੰਬੇਲਿਆਂ ਨੂੰ ਨਜਿੱਠਣ ਵਿੱਚ ਰੁੱਝਾ ਹੈ। ਜਦ ਉਧਰੋਂ ਵਿਹਲਾ ਹੋ ਗਿਆ ਤਾਂ ਆਪਣੀ ਤਾਕਤ ਲੋੜੀਂਦੀ ਵਧਾ ਲਈ ਤਾਂ ਉਹ ਲਾਜ਼ਮੀ ਹਿੰਦੁਸਤਾਨ ਤੇ ਹਮਲਾ ਕਰੇਗਾ। ਜੇ ਆਇਆ ਤਾਂ ਉਸ ਵੇਲੇ ਵੈਰੀ ਦੀ ਬਾਹ ਨਾਲ ਸੱਪ ਮਾਰਨ ਵਾਂਗ ਸਿੰਘਾਂ ਨੂੰ ਉਸ ਅੱਗੇ ਝੋਕ ਦਿਆਂਗੇ। ਜਿਸ ਤਰ੍ਹਾਂ ਵੀ ਹੋ ਸਕੇ ਇਸ ਜੰਗਜੂ ਕੌਮ ਨੂੰ ਆਪਣਾ ਹਮਾਇਤੀ ਬਣਾ ਕੇ ਰੱਖਣਾ ਚਾਹੀਦਾ ਹੈ। ਨਾਦਰ ਸ਼ਾਹ ਅੱਗੇ ਹੋਰ ਕਿਸੇ ਨਹੀਂ ਖੜੇ ਹੋਣਾ, ਸਿਰਫ ਇਹੋ ਅੜਨਗੇ। ਅੱਗੇ ਹਜ਼ੂਰ ਦੀ ਮਰਜ਼ੀ ਹੈ, ਹੋਣਾ ਤਾਂ ਉਹ ਹੈ ਜਿਸ ਦਾ ਆਪ ਵੱਲੋਂ ਹੁਕਮ ਹੋਵੇਗਾ। ਜ਼ਕਰੀਆ ਖਾਨ ਦੀ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਦੀ ਸਲਾਹ ਪੁੱਛੀ। ਸਿੰਘਾਂ ਦੇ ਹੱਠ, ਸਿਰੜ, ਨਿਰਭੈਤਾ, ਯੁੱਧ ਸ਼ਕਤੀ ਤੇ ਮੌਤ ਨਾਲ ਮਖੌਲ ਕਰਨ ਦੇ ਕਿੱਸੇ ਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧਾਂ ਸਮੇਂ ਤੋਂ ਹੀ ਹਰ ਛੋਟੇ ਵੱਡੇ ਦੀ ਜ਼ੁਬਾਨ ਤੇ ਸਨ। ਬੰਦਾ ਸਿੰਘ ਦੀਆਂ ਲੜਾਈਆਂ ਨੂੰ ਯਾਦ ਕਰਕੇ ਤਾਂ ਅੱਜ ਵੀ ਖੱਬੀ ਖਾਨਾ ਦੀ ਰੂਹ ਕੰਬ ਉੱਠਦੀ ਸੀ।
ਸਿੰਘਾਂ ਦੀ ਤਾਕਤ ਦਾ ਸਾਰਿਆਂ ਨੂੰ ਅਨੁਭਵ ਸੀ। ਉਹ ਸਾਰੇ ਸਿੰਘਾਂ ਦੀ ਤਾਕਤ ਦਾ ਚਮਤਕਾਰ ਬਾਦਸ਼ਾਹ ਨੂੰ ਅੱਖੀਂ ਵਿਖਾਉਣਾ ਚਾਹੁੰਦੇ ਸਨ। ਨਾਲ ਹੀ ਰੰਗ ਤਮਾਸ਼ਾ ਵੀ ਹੋ ਜਾਵੇਗਾ, ਕਿਉਂਕਿ ਜੈਸਾ ਬਾਦਸ਼ਾਹ ਤੈਸੇ ਉਸ ਦੇ ਸਲਾਹਕਾਰ। ਬਾਦਸ਼ਾਹ ਦੀ ਪੁੱਛ ਦੇ ਜਵਾਬ ਵਿੱਚ ਕਿਹਾ ਕਿ ਹਜੂਰ ਹੱਥ ਨੂੰ ਕੰਗਣ ਤਾਂ ਆਰਸੀ ਕੀ, ਸਿੱਖਾਂ ਦੀ ਭੰਡਾਂ ਪਾਸੋਂ ਨਕਲ ਕਰਵਾ ਕੇ ਆਪ ਵੇਖ ਲਓ ਕਿ ਇਹ ਲੋਕ ਕਿਸ ਮਿੱਟੀ ਦੇ ਬਣੇ ਹਨ ਤੇ ਕੀ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੇ ਹਨ। ਸੋ ਝੱਟ ਹੁਕਮ ਹੋਇਆ। ਭੰਡਾਂ ਨੇ ਐਸੀ ਢੁਕਵੀਂ ਨਕਲ ਕੀਤੀ ਕਿ ਬਾਦਸ਼ਾਹ ਆਸ਼ਾਸ਼ ਕਰ ਉੱਠਿਆ। ਦਰਬਾਰ ਵਿੱਚ ਹੀ ਵਾਹ ਵਾਹ ਕਰਦਾ ਹੋਇਆ ਕਹਿਣ ਲੱਗਾ ਕਿ ਜਿਨ੍ਹਾਂ ਦੀ ਨਕਲ ਇਹ ਹੈ, ਅਸਲੀ ਕੀ ਹੋਣਗੇ। ਸੋ ਇਸ ਨਕਲ ਦਾ ਬਾਦਸ਼ਾਹ ਦੇ ਦਿਲ ਤੇ ਬੜਾ ਡੂੰਘਾ ਅਸਰ ਹੋਇਆ। ਉਸ ਨੇ ਜ਼ਕਰੀਆ ਖਾਨ ਨੂੰ ਲਿਖਤੀ ਆਗਿਆ ਭੇਜ ਦਿੱਤੀ ਕਿ ਸਿੰਘਾਂ ਨੂੰ ਜਾਗੀਰ ਨਾਲ ਖੁਸ਼ ਕਰਕੇ ਆਪਣੇ ਨਾਲ ਰੱਖਿਆ ਜਾਵੇ। 1 ਲੱਖ ਦੀ ਜਾਗੀਰ, 1 ਖਿਲਤ ਤੇ ਨਵਾਬੀ ਦਾ ਬਹੁਤ ਕੀਮਤੀ ਖਿਤਾਬ ਖਾਲਸਾ ਪੰਥ ਨੂੰ ਬਾਦਸ਼ਾਹ ਵੱਲੋਂ ਖਾਨ ਬਹਾਦਰ ਪਾਸ ਭੇਜਿਆ ਗਿਆ। ਖਾਨ ਬਹਾਦਰ ਨੇ ਸਰਦਾਰ ਸੁਬੇਗ ਸਿੰਘ ਜੰਬਰ ਨੂੰ ਆਪਣਾ ਵਕੀਲ ਬਣਾ ਕੇ ਉਹ ਖਿਲਤ, ਖਿਤਾਬ, ਜਾਗੀਰ ਦੀ ਸਨਦ ਆਦਿ ਦੇ ਕੇ ਵਿਸਾਖ ਸੰਮਤ 1790 ਬਿਕਰਮੀ 1723 ਈਸਵੀ ਨੂੰ ਸਿੰਘਾਂ ਪਾਸ ਭੇਜਿਆ। ਨਾਲ ਹੀ ਇਹ ਬੇਨਤੀ ਕੀਤੀ ਕਿ ਇਹ ਜਾਗੀਰ ਲੈ ਕੇ ਹੁਣ ਕੋਈ ਸਿੰਘ ਲੁੱਟ ਮਾਰ ਨਾ ਕਰੇ। ਵਿਸਾਖੀ ਮਨਾਉਣ ਲਈ ਸਿੰਘ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ ਸਨ। ਖਿਲਤ ਤੇ ਨਵਾਬੀ ਦੀ ਸਨਦ ਆਦਿ ਲੈ ਕੇ ਸਰਦਾਰ ਸੁਬੇਗ ਸਿੰਘ ਜੰਬਰ ਸਿੰਘਾਂ ਪਾਸ ਪਹੁੰਚਿਆ। ਪਹਿਲਾਂ ਉਸ ਨੂੰ ਤਨਖਾਹ ਲਾਈ ਗਈ ਕਿ ਉਹ ਜ਼ਕਰੀਆ ਖਾਨ ਵਰਗੇ ਜਾਬਰ ਹਾਕਮ, ਜੋ ਮੁਗਲਾਂ ਦੇ ਪੰਜਾਬ ਵਿੱਚ ਰਾਜ ਦਾ ਥੰਮ ਹੈ, ਦਾ ਮਿਲਾਪੀ ਹੈ। ਉਹ ਪੰਥ ਦਾ ਵੈਰੀ ਹੈ। ਉਸ ਦੇ ਮਿਲਾਪੀ ਜਾਂ ਸਾਂਝ ਰੱਖਣ ਵਾਲੇ ਵੀ ਸਾਡੇ ਦੁਸ਼ਮਣ ਹਨ। ਲਾਈ ਤਨਖਾਹ ਉਸ ਨੇ ਸਿਰ ਨੀਵਾਂ ਕਰਕੇ ਕਬੂਲ ਕੀਤੀ ਤੇ ਉਸੇ ਵੇਲੇ ਹਾਜ਼ਰ ਕਰ ਦਿੱਤੀ। ਨਾਲ ਹੀ 5000 ਜੋ ਖਾਨ ਬਹਾਦਰ ਨੇ ਦੇਗ ਲਈ ਭੇਟਾ ਭੇਜੀ ਸੀ, ਨਿਮਰਤਾ ਨਾਲ ਅੱਗੇ ਢੇਰੀ ਕਰ ਦਿੱਤਾ। ਫਿਰ ਸਰਦਾਰ ਸੁਬੇਗ ਸਿੰਘ ਨੇ ਆਪਣੇ ਆਉਣ ਦਾ ਮੁੱਦਾ ਦੱਸਿਆ। ਬਾਦਸ਼ਾਹ ਵੱਲੋਂ ਨਵਾਬੀ ਦੇ ਖਿਤਾਬ ਦੀ ਸਨਦ ਤੇ ਖਿਲਦ ਆਦਿ 1 ਲੱਖ ਦੀ ਜਾਗੀਰ ਸਿੰਘਾਂ ਦੇ ਗੁਜ਼ਾਰੇ ਲਈ 19 ਪਿੰਡ ਹਰਮੰਦਰ ਸਾਹਿਬ ਨੂੰ ਭੇਟ ਕੀਤੇ ਗਏ ਸਨ। ਉਹਨਾਂ ਦੀ ਖਿਲਤ ਪੇਸ਼ ਕੀਤੀ। ਜਾਗੀਰ ਵਿੱਚ ਦਿੱਤੇ ਜਾਣ ਵਾਲੇ ਪਿੰਡ ਸਨ ਝਬਾਲ, ਦਪਾਲਪੁਰ ਤੇ ਕੰਗਣਪੁਰ, ਪਾਕਪਟਨ ਲਾਗੇ। ਇਹ ਪਿਛਲੇ ਦੋਵੇਂ ਪਿੰਡ, ਜੋ ਬੜੇ ਤਕੜੇ ਕਸਬੇ ਹਨ, ਹੁਣ ਪਾਕਿਸਤਾਨ ਵਿੱਚ ਹਨ। ਪੰਥ ਵਿੱਚ ਉਸ ਵੇਲੇ ਨਾਮਵਰ ਤੇ ਮੁਖੀ ਸਿੰਘ ਇਹ ਸਨ: ਦੀਵਾਨ ਦਰਬਾਰਾ ਸਿੰਘ, ਕਪੂਰ ਸਿੰਘ, ਦੀਪ ਸਿੰਘ ਸ਼ਹੀਦ, ਰਾਮ ਸਿੰਘ, ਦੇਵਾ ਸਿੰਘ, ਈਸ਼ਰ ਸਿੰਘ, ਜੱਸਾ ਸਿੰਘ ਰਾਮਗੜੀਆ, ਹਰੀ ਸਿੰਘ ਹਜੂਰੀ, ਕਰਮ ਸਿੰਘ, ਬੁੱਢਾ ਸਿੰਘ, ਸ਼ੁਕਰ ਚੱਕੀਆ, ਗਰਜਾ ਸਿੰਘ ਆਦਿ ਛੋਟੇ ਵੱਡੇ ਜਥੇਦਾਰਾਂ ਦੀ ਗਿਣਤੀ 32 ਸੀ। ਉਹ ਚਾਂਦੀ ਦੀ ਵੱਡੀ ਸਾਰੀ ਕਿਸ਼ਤੀ ਜਾਂ ਇੱਕ ਕਿਸਮ ਦਾ ਵੱਡਾ ਸਾਰਾ ਥਾਲ ਅਰਧ ਦਾਇਰੇ ਦੀ ਸ਼ਕਲ ਵਿੱਚ ਬੈਠੇ ਸਰਦਾਰਾਂ ਮੂਹਰੇ ਰੱਖ ਕੇ ਸੁਬੇਗ ਸਿੰਘ ਨੇ ਕੁਝ ਇਸ ਤਰ੍ਹਾਂ ਬੇਨਤੀ ਕੀਤੀ: ਦਿੱਲੀ ਤੇ ਲਾਹੌਰ ਦੀ ਮੁਗਲ ਸਰਕਾਰ ਪੰਥ ਨਾਲ ਸੁਲ੍ਹਾ ਕਰਨੀ ਚਾਹੁੰਦੀ ਹੈ। ਉਹਨਾਂ ਬੜੇ ਸਤਿਕਾਰ ਨਾਲ ਪੰਥ ਵਾਸਤੇ 1 ਲੱਖ ਰੁਪਏ ਦੀ ਜਾਗੀਰ, ਖਿਲਤ ਤੇ ਨਵਾਬੀ ਦਾ ਖਿਤਾਬ ਭੇਜਿਆ ਹੈ। ਪੰਥ ਉਦਾਰ ਚਿੱਤ ਹੋ ਕਿਰਪਾ ਕਰਕੇ ਇਸ ਭੇਟਾ ਨੂੰ ਪ੍ਰਵਾਨ ਕਰੇ। ਸੁਲ੍ਹਾ ਦੀ ਦਰਖਾਸਤ ਮਨਜ਼ੂਰ ਕੀਤੀ ਜਾਵੇ। ਉਸ ਵੇਲੇ ਦੀਵਾਨ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀ, ਜਿਸ ਨੂੰ ਸਾਰੇ ਪੰਥ ਵਿੱਚ ਸਿਰਮੌਰ ਹਸਤੀ ਮੰਨਿਆ ਜਾਂਦਾ ਸੀ। ਉਸ ਨੇ ਪੰਥ ਦੇ ਬਾਕੀ ਸਰਦਾਰਾਂ ਤੋਂ ਰਾਏ ਪੁੱਛੀ। ਬਹੁ ਗਿਣਤੀ ਨੇ ਆ ਪ੍ਰਵਾਨਗੀ ਦੀ ਸਲਾਹ ਦਿੱਤੀ। ਦੀਵਾਨ ਦਰਬਾਰਾ ਸਿੰਘ ਨੇ ਕਿਹਾ, ਤੁਰਕਾਂ ਵੱਲੋਂ ਭੇਜੀ ਕੋਈ ਵੀ ਚੀਜ਼ ਪੰਥ ਪ੍ਰਵਾਨ ਨਹੀਂ ਕਰੇਗਾ। ਜੋ ਲਵਾਂਗੇ ਤੇਗ ਦੇ ਜ਼ੋਰ ਲਵਾਂਗੇ। ਅਸਾਂ ਤਾਂ ਗੁਰੂ ਮਹਾਰਾਜ ਦੇ ਬਚਨ ਅਨੁਸਾਰ ਹੰਨੇ ਹੰਨੇ ਕਾਠੀ ਕਾਠੀ ਰਾਜ ਕਾਇਮ ਕਰਨਾ ਹੈ। ਬਾਦਸ਼ਾਹੀ ਛੱਡ ਕੇ ਨਵਾਬੀ ਖਰਾਬੀ ਕਿਉਂ ਲਈਏ। ਵਕੀਲ ਨੇ ਬਹੁਤ ਕੁਝ ਸਮਝਾ ਕੇ ਫੇਰ ਬੇਨਤੀ ਕੀਤੀ ਕਿ ਨੈਤਿਕਤਾ ਤੇ ਰਾਜਨੀਤੀ ਮੰਗ ਕਰਦੀ ਹੈ ਕਿ ਨਿਉ ਕੇ ਜੋ ਚੀਜ਼ ਘਰ ਲੈ ਕੇ ਆਇਆ ਹੈ ਉਸ ਨੂੰ ਮੋੜਿਆ ਨਾ ਜਾਏ। ਸੁਲ੍ਹਾ ਵਾਸਤੇ ਖਾਲਸਾ ਪੰਥ ਨੇ ਦਰਖਾਸਤ ਨਹੀਂ ਕੀਤੀ, ਸਗੋਂ ਸਰਕਾਰ ਨੇ ਪੰਥ ਤੋਂ ਡਰ ਕੇ ਇਹ ਨਜ਼ਰ ਭੇਟਾ ਭੇਜੀ ਹੈ। ਇਸ ਵਿੱਚ ਪੰਥ ਦੀ ਸ਼ਾਨ ਤੇ ਅਜ਼ਮਤ ਹੈ, ਨਰਾਦਰੀ ਜਾਂ ਕਮਜ਼ੋਰੀ ਨਹੀਂ। ਸੋ ਜੋ ਕੁਝ ਭੇਟਾ ਆਈ ਹੈ ਸਭ ਕੁਝ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕਿਸੇ ਸਿੰਘ ਦਾ ਆਵਾਜ਼ਾ ਆਇਆ ਕਿ ਮੁਗਲਾਂ ਨੇ ਆਪਣੀ ਬੇਟੀ ਬਾਦਸ਼ਾਹੀ ਖਾਲਸੇ ਨੂੰ ਦੇਣ ਵਾਸਤੇ ਟਿੱਕਾ ਠਾਕਾ
ਪੱਕ ਪਕਾਈ ਦਾ ਸ਼ਗਨ ਜਦ ਧੀ ਵਾਲੇ ਮੁੰਡਾ ਮਲਦੇ ਹਨ ਭੇਜਿਆ ਹੈ। ਘਰ ਆਈ ਵਧਾਈ ਕਿਉਂ ਮੋੜਨੀ ਹੈ, ਇਹ ਤਾਂ ਸੰਭਾਲੋ, ਬਾਦਸ਼ਾਹੀ ਲੈਣ ਦਾ ਦਾਵਾ ਕਾਇਮ ਰੱਖੋ। ਸੁਬੇਗ ਸਿੰਘ ਨੇ ਫਿਰ ਬੇਨਤੀ ਦੁਹਰਾਈ। ਜਾਗੀਰ ਤਾਂ ਕਬੂਲ ਕਰ ਲਈ, ਪਰ ਨਵਾਬੀ ਤੇ ਖਿਲਤ ਨੂੰ ਕੋਈ ਹੱਥ ਲਾਉਣ ਨੂੰ ਤਿਆਰ ਨਾ ਹੋਵੇ। ਉਹ ਥਾਲ ਜਿਸ ਵਿੱਚ ਨਵਾਬੀ ਦੀ ਸਨਦ, ਰੁਪਏ, ਖਿਲਤ ਅਤੇ ਇੱਕ ਤਲਵਾਰ ਸਜਾਈ ਸੀ, ਜਿਸ ਜਥੇਦਾਰ ਅੱਗੇ ਰੱਖਣ ਉਹ ਪੈਰ ਨਾਲ ਧੱਕ ਕੇ ਆਪਣੇ ਅੱਗੋਂ ਪਰਾਂ ਕਰ ਦੇਵੇ, ਇੰਜ ਹੀ ਦੂਸਰਾ, ਤੀਸਰਾ ਤੇ ਇਹ ਥਾਲ ਇੱਕ ਸਿਰਿਓਂ ਪੈਰਾਂ ਦੀਆਂ ਠੋਕਰਾਂ ਨਾਲ ਧਕੀਂਦਾ ਹੋਇਆ ਆਖਰੀ 32ਵੇਂ ਸਰਦਾਰ ਮੂਹਰੇ ਆ ਗਿਆ। ਉਹ ਕਿਹੜਾ ਦੂਜਿਆਂ ਨਾਲੋਂ ਘੱਟ ਸੀ, ਉਸ ਨੇ ਵੀ ਪੈਰ ਨਾਲ ਪਰਾਂ ਰੇੜ ਦਿੱਤਾ। ਵਕੀਲ ਨੇ ਫਿਰ ਹੱਥ ਜੋੜੇ ਤੇ ਚੁੱਕ ਕੇ ਦੀਵਾਨ ਦਰਬਾਰਾ ਸਿੰਘ ਅੱਗੇ ਲਿਆ ਰੱਖਿਆ, ਪਰ ਇੱਥੇ ਲਾਲਚ ਤੇ ਖੁਦਗਰਜ਼ੀ ਨੂੰ ਕੋਈ ਥਾਂ ਹੀ ਨਹੀਂ ਸੀ। ਪਹਿਲਾਂ ਵਾਂਗ 32 ਸਰਦਾਰਾਂ ਦੇ ਠੁੱਡ ਖਾਂਦਾ ਅੱਧਾ ਘੇਰਾ ਕੱਟ ਕੇ ਸਿਰਿਓਂ ਪਰਾਂ ਚਲਾ ਗਿਆ। ਅਜੀਬ ਨਜ਼ਾਰਾ ਸੀ। ਸੁਬੇਗ ਸਿੰਘ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਖਾਲਸਾ ਪੰਥ ਇਹਨਾਂ ਚੀਜ਼ਾਂ ਤੋਂ ਬਿਲਕੁਲ ਬੇਨਿਆਜ਼ ਤੇ ਬੇਪਰਵਾਹ ਹੈ, ਬੜਾ ਦਿਆਲੂ ਤੇ ਉਦਾਰਤਾ ਭਰਿਆ ਵੀ ਹੈ। ਦਾਰਾਈ ਭੇਟ ਜ਼ਰੂਰ ਪ੍ਰਵਾਨ ਕਰੇ। ਜੇ ਕੋਈ ਮੁਖੀ ਸਿੰਘ ਇਸ ਨੂੰ ਨਹੀਂ ਚੱਲਦਾ ਤਾਂ ਕਿਸੇ ਟਹਿਲ ਵਾਲੇ ਨੂੰ ਦੇ ਛੱਡੋ, ਮੋੜਨਾ ਠੀਕ ਨਹੀਂ। ਸਾਰਿਆਂ ਇਸ ਰਾਏ ਨੂੰ ਪ੍ਰਵਾਨ ਕਰ ਲਿਆ। ਹੁਣ ਟਹਿਲੀਆ ਕਿਹੜਾ ਹੋਵੇ ਜੋ ਇਸ ਨਵਾਬੀ ਦਾ ਝਾਲੂ ਬਣੇ। ਉਸ ਵੇਲੇ ਕਪੂਰ ਸਿੰਘ ਸਜੇ ਹੋਏ ਦੀਵਾਨ ਵਿੱਚ ਪੱਖੇ ਦੀ ਸੇਵਾ ਕਮਾ ਰਿਹਾ ਸੀ। ਸਾਰਿਆਂ ਦੀ ਨਿਗਾਹ ਉਸ ਤੇ ਪਈ। ਜਦ ਉਸ ਨੂੰ ਨਵਾਬੀ ਪ੍ਰਵਾਨ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਬੜੀ ਨਿਮਰਤਾ ਪਰ ਪੂਰੀ ਦ੍ਰਿੜਤਾ ਨਾਲ ਕਿਹਾ, ਸੰਗਤ ਦੀ ਟਹਿਲ ਸੇਵਾ ਤੇ ਪੰਥ ਦਿਆਂ ਘੋੜਿਆਂ ਦੀ ਸੇਵਾ ਤੋਂ ਨਵਾਬੀਆਂ ਥੱਲੇ ਹਨ। ਪੰਥ ਬਖਸ਼ਿਸ਼ ਕਰੇ ਤੇ ਇਹੋ ਸੇਵਾ ਮੇਰੇ ਪਾਸ ਰਹਿਣ ਦੇਵੇ। ਇਸ ਤਰ੍ਹਾਂ ਸੰਗਤ ਦੇ ਫੈਸਲੇ ਨੂੰ ਕਪੂਰ ਸਿੰਘ ਵਿਰਕ ਨੇ ਸਿਰ ਝੁਕਾ ਕੇ ਮੰਨ ਲਿਆ। ਨਾਲ ਹੀ ਬੇਨਤੀ ਕੀਤੀ ਕਿ ਮੇਰੀ ਵੀ ਅਰਦਾਸ ਖਾਲਸਾ ਪੰਥ ਪ੍ਰਵਾਨ ਕਰੇ। ਉਸ ਨੇ ਕਿਹਾ ਕਿ ਇਹ ਨਵਾਬੀ ਮੈਂ ਮੁਗਲ ਸਰਕਾਰ ਤੋਂ ਨਹੀਂ ਲੈਣੀ, ਖਾਲਸਾ ਬਖਸ਼ਿਸ਼ ਕਰੇ। ਜੋ ਖਿਲਤ ਆਈ ਹੈ ਇਹ ਖਾਲਸੇ ਦੇ ਜੋੜਿਆਂ ਨਾਲ ਸੁਹਾ ਕੇ ਪਵਿੱਤਰ ਕਰਕੇ ਫਿਰ ਦਾਸ ਨੂੰ ਦਿੱਤੀ ਜਾਵੇ। ਖਾਲਸਾ ਪੰਥ ਮੈਨੂੰ ਛੋਟ ਦੇਵੇ ਕਿ ਮੁਗਲ ਦੀ ਕਚਹਿਰੀ ਵਿੱਚ ਕਦੀ ਵੀ ਹਾਜ਼ਰੀ ਦੇਣ ਨਹੀਂ ਜਾਵਾਂਗਾ। ਨਾ ਹੀ ਮੈਂ ਉਸ ਦੀ ਕੋਈ ਰਸਮ ਮੰਨਾਂਗਾ ਤੇ ਨਾ ਹੀ ਕੋਈ ਨਜ਼ਰ ਨਿਆਜ਼ ਭੇਜਾਂਗਾ। ਕਿਸੇ ਬਾਹਰਲੇ ਦੁਸ਼ਮਣ ਦੇ ਟਾਕਰੇ ਵੇਲੇ ਜੇ ਮੁਗਲਾਂ ਸਹਾਇਤਾ ਮੰਗੀ ਤਾਂ ਮੈਂ ਕਿਸੇ ਤੁਰਕ ਅਫਸਰ ਜਾਂ ਫੌਜਦਾਰ ਦੀ ਕਮਾਨ ਥੱਲੇ ਨਹੀਂ ਲੜਾਂਗਾ, ਬਲਕਿ ਖਾਲਸਾ ਪੰਥ ਦੇ ਸੂਰਬੀਰ ਇੱਕ ਆਜ਼ਾਦ ਸਹਾਇਕ ਵਾਂਗ ਦੁਸ਼ਮਣ ਦੇ ਟਾਕਰੇ ਤੇ ਨਿਤਰਨਗੇ ਅਤੇ ਕਮਾਨ ਮੇਰੀ ਜਾਂ ਕਿਸੇ ਹੋਰ ਸਿੰਘ ਸਰਦਾਰ ਦੀ ਹੋਵੇਗੀ। ਜਿਹੜੇ ਦੁਸ਼ਮਣ ਨੂੰ ਅਸੀਂ ਚਿੱਤ ਕਰਾਂਗੇ ਉਸ ਦੇ ਹਥਿਆਰ, ਘੋੜਿਆਂ ਤੇ ਮਾਲ ਅਸਬਾਬ ਤੇ ਸਾਡਾ ਹੱਕ ਹੋਵੇਗਾ। ਉਸ ਵਿੱਚੋਂ ਅਸੀਂ ਤੁਰਕਾਂ ਨੂੰ ਇੱਕ ਸੂਈ ਤੀਕ ਵੀ ਨਹੀਂ ਦੇਵਾਂਗੇ। ਉਹ ਸਭ ਕੁਝ ਪੰਥ ਦਾ ਹੋਵੇਗਾ। ਕਪੂਰ ਸਿੰਘ ਦੀਆਂ ਇਹ ਮੰਗਾਂ ਸੁਣ ਕੇ ਸਾਰੇ ਵਾਹ ਵਾਹ ਕਰ ਉੱਠੇ। ਧਨ, ਸਿੱਖੀ, ਸਿਦਕ ਤੇ ਅਣਖ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ। ਵਕੀਲ ਨੇ ਵੀ ਮੰਨ ਲਿਆ ਕਿ ਸਰਕਾਰ ਨੂੰ ਇਹਨਾਂ ਸ਼ਰਤਾਂ ਤੇ ਕੋਈ ਇਤਰਾਜ਼ ਨਹੀਂ ਹੋਵੇਗਾ, ਸਭ ਮਨਜ਼ੂਰ ਹਨ। ਉਸ ਨੇ ਖਾਲਸੇ ਦਾ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਖਾਲਸੇ ਨੇ ਸਰਕਾਰ ਦੀ ਭੇਟਾ ਪ੍ਰਵਾਨ ਕਰਕੇ ਉਸ ਦੀ ਵੀ ਰੱਖ ਲਈ। ਉਹ ਬੜੀ ਖੁਸ਼ੀ-ਖੁਸ਼ੀ ਲਾਹੌਰ ਨੂੰ ਵਾਪਸ ਮੁੜਿਆ। ਸਰਦਾਰ ਕਪੂਰ ਸਿੰਘ ਨੇ ਖਾਲਸਾ ਪੰਥ ਦੇ ਕਹੇ ਤੇ ਨਵਾਬੀ ਦਾ ਖਿਤਾਬ ਪ੍ਰਵਾਨ ਕੀਤਾ ਸੀ। ਇਸ ਲਈ ਇਸ ਦਿਨ ਤੋਂ ਉਸ ਨੂੰ ਨਵਾਬ ਕਪੂਰ ਸਿੰਘ ਕਹਿ ਕੇ ਬੁਲਾਇਆ ਜਾਣ ਲੱਗਾ। ਪਰ ਸੰਗਤ ਵਿੱਚ ਪੱਖੇ ਤੇ ਪੰਥ ਦੇ ਘੋੜਿਆਂ ਦੀ ਟਹਿਲ ਉਸ ਨੇ ਪਹਿਲਾਂ ਵਾਂਗ ਹੀ ਜਾਰੀ ਰੱਖੀ। ਪੰਜਾਬ ਵਿੱਚ ਅਮਨ ਅਮਾਨ ਹੋ ਗਿਆ। ਇਸ ਸੁਲ੍ਹਾ ਦਾ ਨਤੀਜਾ ਇਹ ਹੋਇਆ ਕਿ ਜਾਗੀਰ ਪਾ ਕੇ ਸਿੰਘ ਅਮਨ ਚੈਨ ਨਾਲ ਸ੍ਰੀ ਅੰਮ੍ਰਿਤਸਰ ਰਹਿਣ ਲੱਗ ਪਏ। ਨਵਾਬ ਕਪੂਰ ਸਿੰਘ ਨੇ ਸਾਰਿਆਂ ਜਥੇਦਾਰਾਂ ਨੂੰ ਕਿਹਾ ਕਿ ਹੁਣ ਸਾਰੇ ਸ਼ਾਂਤ ਚਿੱਤ ਰਹਿਣ, ਕਿਤੇ ਲੁੱਟ ਖਸੁੱਟ ਨਾ ਹੋਵੇ। ਲੁਟੇਰਿਆਂ ਤੇ ਰਾਹਜ਼ਨਾਂ ਨੂੰ ਫੜ ਕੇ ਚੰਗੀ ਤਰ੍ਹਾਂ ਨੱਪ ਦਿਓ। ਜੋ ਬਾਜ ਨਾ ਆਵੇ ਤੁਰੰਤ ਸੋਧ ਦਿਓ। ਹੁਣ ਕੋਈ ਨਾ ਉਬਾਸਰੇ। ਇਸ ਦਾ ਨਤੀਜਾ ਇਹ ਹੋਇਆ ਕਿ ਸਭ ਚੋਰ, ਉਚੱਕੇ ਤੇ ਲੋਟੂ ਟੋਲੇ ਥਾਂ ਥਾਈਂ ਦੜ ਵੱਟ ਗਏ। ਖੇਤੀ ਤੇ ਵਪਾਰ ਪ੍ਰਫੁੱਲਤ ਹੋਣ ਲੱਗੇ। ਕੋਈ ਦਿਨੇ ਰਾਤ ਕਿਧਰੇ ਤੁਰਿਆ ਫਿਰੇ, ਕੀ ਮਜਾਲ ਕੋਈ ਕਿਸੇ ਵੱਲ ਤੱਕ ਵੀ ਜਾਵੇ। ਵਾਤਾਵਰਨ ਐਸਾ ਸ਼ਾਂਤਮਈ ਹੋ ਗਿਆ ਕਿ ਸਭ ਲੋਕ ਆਸ਼-ਆਸ਼ ਕਰ ਉੱਠੇ। ਝਬਾਲ, ਦੁਪਾਲਪੁਰ ਤੇ ਕੰਗਣਪੁਰ ਸਿੰਘਾਂ ਦੀ ਜਾਗੀਰ ਸਨ। ਇਹ ਹੁਣ ਸਿੰਘਾਂ ਦੇ ਬੰਦੋਬਸਤ ਥੱਲੇ ਆ ਗਏ ਸਨ। ਕੀ ਮਜਾਲ ਚਿੜੀ ਵੀ ਨਜਾਇਜ਼ ਪਰ ਮਾਰੇ ਜਾਂ ਚੂਕੇ।
ਲਾਹੌਰੋਂ ਦਿੱਲੀ ਨੂੰ ਜਾਂਦੀ ਜਰਨੈਲੀ ਸੜਕ ਉੱਤੇ ਝਬਾਲ ਮੁਲਤਾਨੋਂ ਲਾਹੌਰ ਨੂੰ ਆਉਣ ਵਾਲੀ ਸੜਕ ਦੀਪਾਲਪੁਰ ਪਾਸ ਦੀ ਲੰਘਦੀ ਤੇ ਹੇਠੋਂ ਬਹਾਵਲਪੁਰ ਰਾਜਸਥਾਨ ਗੁਜਰਾਤ ਵੱਲੋਂ ਲਾਹੌਰ ਨੂੰ ਆਉਂਦੀ ਸੜਕ ਕੰਗਣਪੁਰ ਵੇਚਦੀ ਲੰਘਦੀ ਸੀ। ਇਹ ਤਿੰਨੇ ਰਾਹ ਜੋ ਪਹਿਲਾਂ ਸਿੰਘਾਂ ਦੀ ਮਾਰ ਥੱਲੇ ਸਨ ਤੇ ਕਾਫਲੇ ਇਧਰੋਂ ਦੀ ਲੰਘਣੋਂ ਤਰਹਿੰਦੇ ਝਿਜਕਦੇ ਸਨ, ਹੁਣ ਇਹ ਰਸਤੇ ਸਿੰਘਾਂ ਦੇ ਪਹਿਰੇ ਤੇ ਰਾਖੀ ਥੱਲੇ ਹੋਣ ਕਰਕੇ ਬਿਲਕੁਲ ਸੁਰੱਖਿਅਤ ਹੋ ਗਏ। ਦਿਨ ਰਾਤ ਕਾਫਲੇ ਮਾਲ ਅਸਬਾਬ ਨਾਲ ਲੱਥੇ ਪੱਥੇ ਬਿਨਾਂ ਰੋਕ ਟੋਕ ਚੱਲਦੇ ਜਾਂਦੇ। ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਲੋਕਾਂ ਤੇ ਹਕੂਮਤ ਨੂੰ ਪਤਾ ਲੱਗ ਗਿਆ ਕਿ ਅਮਨ ਕਿਸ ਚੀਜ਼ ਦਾ ਨਾਂ ਹੈ ਤੇ ਇਸ ਦੀ ਕੁੰਜੀ ਕਿਸ ਦੇ ਹੱਥ ਵਿੱਚ ਹੈ। ਜ਼ਕਰੀਆ ਖਾਨ ਦੀਆਂ ਪੁਲਸੀ ਧਾੜਾਂ, ਗਸ਼ਤੀ ਫੌਜਾਂ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਨੇ ਬੜਾ ਤਾਣ ਲਾਇਆ, ਬਹੁਤ ਘੱਟਾ ਛਾਣਿਆ, ਕੱਖ ਵੀ ਪੱਲੇ ਨਾ ਪਿਆ। ਤਲਵਾਰ ਦੇ ਜ਼ੋਰ ਨਾਲ ਟਿਕ ਟਿਕਾਓ ਕੌਣ ਕਰਵਾ ਸਕਦਾ ਸੀ? ਜੇ ਕਿਸੇ ਦਾ ਸੁੱਖ ਚੈਨ ਕੋਈ ਭੰਗ ਕਰੇਗਾ ਤਾਂ ਉਹ ਜਰਵਾਣੇ ਨੂੰ ਕਿੱਥੇ ਆਰਾਮ ਦੀ ਨੀਂਦੇ ਸੌਣ ਦੇਵੇਗਾ। ਸਿੰਘਾਂ ਨੂੰ ਜਾਬਰ ਮੁਗਲ ਸਰਕਾਰ ਨੇ ਘਰਾਂ ਘਾਟਾਂ ਤੋਂ ਉਖੇੜ ਬਾਹਰ ਕੀਤਾ, ਸਿਰਾਂ ਦੇ ਇਨਾਮ ਰੱਖੇ, ਜੀ ਭਰ ਭਰ ਜ਼ੁਲਮ ਤੋੜੇ ਤੇ ਫਿਰ ਅਮਨ ਕਿੱਥੋਂ ਹੋਵੇ? ਘਰੋਂ ਨਿਕਲਿਆਂ ਕੱਢਣ ਵਾਲਿਆਂ ਦਾ ਸ਼ਹਿਰਾਂ ਗਰਾਵਾਂ ਵਿੱਚ ਸਾਹ ਘੁੱਟ ਲਿਆ। ਸਾਰੇ ਪੰਜਾਬ ਵਿੱਚ ਭਾਂਬੜ ਬਲ ਉੱਠੇ। ਖਾਨ ਬਹਾਦਰ ਦੀ ਹੈਂਕੜ ਅਤੇ ਸਿੱਖਾਂ ਨੂੰ ਖਤਮ ਕਰਨ ਦੇ ਦਾਅਵਿਆਂ ਦੇ ਸੁਪਨੇ ਚਕਨਾਚੂਰ ਹੋ ਗਏ। ਅੰਤ ਨੂੰ ਜਦ ਸਾਰੇ ਹੀਲੇ ਵਸੀਲੇ ਤੇ ਜ਼ੋਰ ਜ਼ਬਰ ਕਰਕੇ ਹਾਰ ਹੁੱਟ ਗਿਆ ਤਾਂ ਸੁਲ੍ਹਾ ਦੀ ਭੀਖ ਮੰਗਣ ਲਈ ਉਹਨਾਂ ਬੇਘਰਿਆਂ ਦੇ ਅੱਗੇ ਝੋਲੀ ਅੱਡੀ, ਜਿਨ੍ਹਾਂ ਨੂੰ ਮਾਰ ਮਕਾਉਣ ਦੀ ਸ਼ੇਖੀ ਮਾਰ ਕੇ ਬਾਦਸ਼ਾਹ ਪਾਸੋਂ ਪੰਜਾਬ ਦੀ ਸੂਬੇਦਾਰੀ ਦੀ ਸਨਦ ਲਈ ਸੀ। ਸ੍ਰੀ ਅੰਮ੍ਰਿਤਸਰ ਬੜੀਆਂ ਰੌਣਕਾਂ ਰਹਿਣ ਲੱਗੀਆਂ। ਖਾਲਸਾ ਪੰਥ ਦਾ ਮੁਖੀ ਆਗੂ ਨਵਾਬ ਕਪੂਰ ਸਿੰਘ ਆਪ ਇੱਥੇ ਰਹਿੰਦਾ ਸੀ। ਜਾਗੀਰ ਦੀ ਆਮਦਨੀ ਤੇ ਹੋਰ ਚੜਾਵੇ ਆਦਿ ਜੋ ਮਾਇਆ ਇਕੱਠੀ ਹੁੰਦੀ ਦੀਵਾਨ ਦਰਬਾਰਾ ਸਿੰਘ ਤੇ ਨਵਾਬ ਕਪੂਰ ਸਿੰਘ ਦੇ ਦੇਖ ਰੇਖ ਵਿੱਚ ਗੁਰੂ ਕੇ ਲੰਗਰ ਤੇ ਖਰਚ ਹੁੰਦੀ। ਸਾਰੇ ਸਿੰਘਾਂ ਦਾ ਇੱਕ ਥਾਂ ਲੰਗਰ ਸੀ। ਲੋੜਵੰਦਾਂ ਦੀ ਬਸਤਰ, ਸ਼ਸਤਰ ਤੇ ਅਰਾਕੀਆਂ ਦੀ ਲੋੜ ਗੁਰੂ ਕੀ ਗੋਲਕ ਚੋਂ ਪੂਰੀ ਹੁੰਦੀ, ਕੋਈ ਵਿਰਵਾ ਨਾ ਰਹਿੰਦਾ। ਗੋਲਕ ਵਿੱਚ 3 ਤਰ੍ਹਾਂ ਦੀ ਆਮਦਨ ਹੁੰਦੀ, ਜਾਗੀਰ, ਚੜਾਵਾ ਤੇ ਸਿੱਖਾਂ ਦੀ ਕਿਰਤ ਕਮਾਈ ਦਸਵੰਧ ਦੇ ਰੂਪ ਵਿੱਚ। ਮਾਰ ਧਾੜ ਦੀ ਬਿਲਕੁਲ ਆਗਿਆ ਨਹੀਂ ਸੀ, ਇਸ ਲਈ ਆਮਦਨ ਦਾ ਇਹ ਵਸੀਲਾ ਕਤਿਅਨ ਬੰਦ ਸੀ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 31। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।